ਸਤਿਨਾਮ ਧੰਨ ਵਾਹਿਗੁਰੂ ਸਾਹਿਬ ਜੀ। ਸਤਿਨਾਮ ਧੰਨ ਵਾਹਿਗੁਰੂ ਸਾਹਿਬ ਜੀ। ਦਰਮਾਂ ਦੇ ਠਾਡੇ ਦਰਬਾਰ, ਤੁਧ ਬਿਨ ਸੁਰਤ ਕਰੇ ਕੋ ਮੇਰੀ। ਦਰਸ਼ਨ ਦੀਜੈ ਖੋਲ ਕੇ ਵਾਰ। ਸਤਿਨਾਮ ਧੰਨ ਵਾਹਿਗੁਰੂ ਸਾਹਿਬ ਜੀ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨਾ ਚੱਲੇ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਜੁਗੋ ਜੁਗੀ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਚੱਲ ਰਹੀ ਲੜੀਵਾਰ ਸ਼੍ਰੀ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਹਾਂ ਜੋ ਇਸ ਵੇਲੇ ਸਤਿਗੁਰਾਂ ਦੀ ਨਿੱਘੀ ਗੋਦ ਅੰਦਰ ਜੁੜ ਮਿਲ ਕੇ ਵਿਚਾਰਾਂ ਨੂੰ ਸਰਵਣ ਕਰਨ ਦੇ ਵਾਸਤੇ ਇਕੱਤਰ ਹੋਏ ਹਾਂ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਅੱਜ ਦੀ ਇਸ ਪੌੜੀ ਦੀ ਵਿਚਾਰ ਕਰਨ ਦੀ ਸਮਰੱਥਾ ਬਖਸ਼ਣ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਨੂੰ ਸੀਸ ਨਿਵਾਉਂਦਿਆਂ, ਰਸਨਾ ਪਵਿੱਤਰ ਕਰਦਿਆਂ ਗੱਜ ਕੇ ਫਤਿਹ ਬੁਲਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚੋਂ 14ਵੀਂ ਪੌੜੀ ਦੀ ਵਿਚਾਰ ਸਾਂਝੀ ਕਰਨੀ ਹੈ। ਸਤਿਗੁਰੂ ਜੀ ਇਸ ਪਾਵਨ ਪੌੜੀ ਦੇ ਦੁਆਰਾ ਸਾਨੂੰ ਕੀ ਸਮਝਾਉਣ ਦਾ ਯਤਨ ਕਰ ਰਹੇ ਨੇ, ਆਓ ਵਿਚਾਰ ਦੇ ਵੱਲ ਆਈਏ। ਇਸ ਪਾਵਨ ਪੌੜੀ ਦੀ ਆਰੰਭਤਾ ਦੀ ਪੰਕਤੀ ਹੈ, ਮੰਨੈ ਮਾਰਗ ਠਾਕ ਨਾ ਪਾਏ। ਹਜ਼ੂਰ ਆਖਦੇ ਜਿਸ ਨੇ ਮੰਨ ਲਿਆ ਹੈ, ਜਿਸ ਨੇ ਉਸ ਗੁਰੂ ਦੀ ਵਡਿਆਈ ਨੂੰ ਜੀਵਨ ਦੇ ਵਿੱਚ ਧਾਰ ਲਿਆ ਹੈ ਕਿ ਜੋ ਕੁਝ ਵੀ ਉਹ ਪਰਮਾਤਮਾ ਕਰਦਾ, ਉਹਦੇ ਰਸਤੇ ਦੇ ਵਿੱਚ, ਧਰਮ ਦੇ ਮਾਰਗ ਦੇ ਵਿੱਚ ਫਿਰ ਕੋਈ ਰੁਕਾਵਟ ਹੈ ਜਿਹੜੀ ਉਹ ਨਹੀਂ ਆਉਂਦੀ। ਅਕਸਰ ਅਸੀਂ ਵੇਖਦੇ ਹਾਂ ਕਿ ਦੋ ਤਰ੍ਹਾਂ ਦੇ ਰਸਤੇ ਹੁੰਦੇ ਹਨ। ਇੱਕ ਰਸਤਾ ਹੁੰਦਾ ਹੈ ਦੁਨਿਆਵੀ ਰਸਤਾ, ਜਿਸ ਦੇ ਉੱਪਰ ਚੱਲਿਆਂ ਅਸੀਂ ਆਪਣੀ ਕਿਸੇ ਮੰਜ਼ਿਲ ਦੇ ਉੱਤੇ ਪਹੁੰਚਣਾ, ਉਹ ਪੈਂਡਾ ਤੈਅ ਕੀਤਾ ਜਾਂਦਾ ਤੇ ਉਸ ਮੰਜ਼ਿਲ ਤੱਕ ਪਹੁੰਚਦੇ ਹਾਂ। ਤੇ ਉਹ ਸਫ਼ਰ ਪੈਦਲ ਹੋ ਸਕਦਾ ਹੈ, ਗੱਡੀ ਦੇ ਦੁਆਰਾ ਹੋ ਸਕਦਾ ਹੈ, ਮੋਟਰਸਾਈਕਲ 'ਤੇ ਸਵਾਰ ਹੋ ਕੇ ਹੋ ਸਕਦਾ ਹੈ। ਤੇ ਜਿੰਨਾ ਚਿਰ ਤੱਕ ਅਸੀਂ ਉਹ ਕਾਰਜ ਕਰਦੇ ਹਾਂ, ਗੱਡੀ ਚਲਾਈ ਹੈ, ਮੋਟਰਸਾਈਕਲ ਚਲਾਇਆ ਹੈ, ਸਾਈਕਲ ਚਲਾਇਆ ਜਾਂ ਪੈਦਲ ਚੱਲੇ ਹਾਂ, ਕਾਰਜ ਹੋਇਆ ਤੇ ਤਾਂ ਕਰਕੇ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚਦੇ ਹਾਂ। ਅਸੀਂ ਪਿੱਛੇ ਪੜ੍ਹ ਕੇ ਵੀ ਆਏ ਸੀ ਵੀ ਜਿੰਨਾ ਚਿਰ ਤੱਕ ਮਨੁੱਖ ਆਪਣਾ ਪੈਂਡਾ ਤੈਅ ਨਹੀਂ ਕਰਦਾ, ਉਹਨਾਂ ਚਿਰ ਤੱਕ ਉਹ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚਦਾ। ਜਿੰਨਾ ਚਿਰ ਤੱਕ ਉਹਨੇ ਪਹਿਲਾ ਕਦਮ ਨਹੀਂ ਪੁੱਟਿਆ ਤੇ ਆਖਰੀ ਜਿਹੜਾ ਕਦਮ ਹੈ ਉਹਦਾ ਮੁੱਕਣਾ ਨਹੀਂ। ਜੇ ਆਖਰੀ ਕਦਮ ਤੱਕ ਪਹੁੰਚਿਆ, ਮੰਜ਼ਿਲ ਤੱਕ ਪਹੁੰਚਿਆ, ਤੇ ਉਹਦੇ ਪਿੱਛੇ ਹੈ ਕਿ ਉਹਨੇ ਪਹਿਲਾ ਜਿਹੜਾ ਕਦਮ ਹੈ
ਉਹ ਆਪਣੀ ਮੰਜ਼ਿਲ ਦੇ ਵੱਲ ਪੁੱਟਿਆ। ਇਸੇ ਤਰ੍ਹਾਂ ਹਜ਼ੂਰ ਆਖਦੇ ਨੇ ਕਿ ਧਰਮ ਦਾ ਰਾਹ ਹੈ, ਤੇ ਧਰਮ ਦੇ ਰਾਹ ਦੇ ਉੱਤੇ ਜਿਹੜੇ ਚੱਲਦੇ ਹਨ ਉਹਨਾਂ ਦਾ ਜਿਹੜਾ ਜੀਵਨ ਹੈ ਬੜਾ ਉੱਚਾ ਸੁੱਚਾ ਉਸ ਪਰਮਾਤਮਾ ਦੇ ਅਨੁਕੂਲ ਹੁੰਦਾ ਹੈ। ਜਿਸ ਧਰਮ ਦੇ ਰਸਤੇ ਦੇ ਉੱਤੇ ਚੱਲਿਆ ਉਹ ਆਪਣਾ ਜਿਹੜਾ ਜੀਵਨ ਹੈ ਉਹ ਉਸ ਪਰਮਾਤਮਾ ਦੇ ਲੇਖੇ ਲਾਉਂਦੇ ਨੇ, ਤੇ ਧਰਮ ਦੇ ਰਸਤੇ ਦੇ ਉੱਤੇ ਚੱਲਦਿਆਂ ਹੋਇਆਂ ਆਪਣੀ ਜਿਹੜੀ ਧਾਰਮਿਕ ਯਾਤਰਾ ਹੈ ਉਸ ਪਰਮਾਤਮਾ ਦੇ ਨਾਲ ਇੱਕਮਿਕਤਾ ਦੀ ਜਿਹੜੀ ਸਾਂਝ ਹੈ ਉਸ ਨੂੰ ਪ੍ਰਾਪਤ ਕਰਦੇ। ਤੇ ਹੁਣ ਕੋਈ ਬੰਦਾ ਸਮਝ ਲਵੇ ਵੀ ਧਰਮ ਦਾ ਰਸਤਾ ਤੇ ਬੜਾ ਸੌਖਾ ਜਿਹਾ ਹੈ, 4 ਪੈਸੇ ਕੋਲ ਨੇ, ਦਾਨ ਪੁੰਨ ਕਰ ਦਿਓ ਤੇ ਤੁਹਾਨੂੰ ਜਿਹੜਾ ਮੋਕਸ਼ ਹੈ ਉਹਦੀ ਪ੍ਰਾਪਤੀ ਹੋ ਜਾਵੇਗੀ। ਅੱਜ ਸੰਸਾਰ ਦੇ ਵਿੱਚ ਬਹੁਤਾਤ ਦੇ ਵਿੱਚ ਇਹ ਧਰਮ ਦਾ ਜਿਹੜਾ ਵਿਖਾਵਾ ਹੈ, ਅਡੰਬਰ ਹੈ, ਇਹ ਦਿਖਾ ਕੇ ਬਹੁਤਾਤ ਦੇ ਵਿੱਚ ਦੁਕਾਨਾਂ ਬਣਾ ਕੇ ਜੋ ਬੈਠੇ ਹਨ ਉਹਨਾਂ ਦੇ ਦੁਆਰਾ ਮਨੁੱਖ ਨੂੰ ਲੁੱਟਿਆ ਜਾ ਰਿਹਾ ਹੈ। ਕੋਈ ਆਖਦਾ ਤੁਸੀਂ ਦਾਨ ਪੁੰਨ ਕਰੋ, ਤੁਹਾਡਾ ਜਿਹੜਾ ਦਾਨ ਪੁੰਨ ਕੀਤਾ ਹੋਇਆ ਤੁਹਾਡੇ ਨਾਲ ਨਿਭੇਗਾ, ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ। ਕੋਈ ਆਖਦਾ ਕਿ ਕਿਤੇ ਜਗ੍ਹਾ ਦੇ ਉੱਤੇ ਕੋਈ ਕਾਰ ਸੇਵਾ ਚੱਲ ਰਹੀ ਹੈ, ਉੱਥੇ ਸੋਨਾ ਚੜ੍ਹਾ ਦਿਓ, ਸੋਨੇ ਦੇ ਨਾਲ ਦਾਨ ਪੁੰਨ ਕੀਤੇ ਦੇ ਨਾਲ ਤੁਹਾਡਾ ਜਿਹੜਾ ਜੀਵਨ ਹੈ ਉਹ ਧਰਮ ਦਾ ਜਿਹੜਾ ਰਸਤਾ ਹੈ ਉਹ ਸਫਲਾ ਹੋ ਜਾਵੇਗਾ। ਤੇ ਹਜ਼ੂਰ ਨੂੰ ਪੁੱਛੀਏ ਤੇ ਹਜ਼ੂਰ ਆਖਦੇ ਨੇ ਵੀ ਜੇ ਤੇਰੀ ਕੀਤੀ ਹੋਈ ਕਮਾਈ ਕਿਸੇ ਪਾਪ ਦੇ ਰਸਤੇ ਤੋਂ ਕਮਾ ਕੇ ਲਿਆਂਦੀ ਗਈ ਹੈ ਤੇ ਉਹਦੇ ਵਿੱਚੋਂ ਤੂੰ ਦਾਨ ਪੁੰਨ ਕਰ ਰਿਹਾ ਹੈ, ਧਰਮ ਦੇ ਲੰਗਰ ਲਗਾ ਰਿਹਾ ਹੈ, ਕਹਿੰਦੇ ਉਹ ਫਿਰ ਨਿਫਲ ਹੈ, ਉਹਦਾ ਕੋਈ ਅਰਥ ਨਹੀਂ। ਅਜਿਹਾ ਦਾਨ ਪੁੰਨ ਜਿਹੜਾ ਤੂੰ ਕਿਸੇ ਨੂੰ ਧੋਖਾ ਕਰਕੇ ਕਮਾ ਕੇ ਲਿਆਇਆ ਹੈ, ਕਿਸੇ ਦੇ ਨਾਲ ਠੱਗੀ ਠੋਰੀ ਕੀਤੀ ਹੈ, ਇਹੋ ਜਿਹਾ ਧਨ ਤੂੰ ਇਕੱਠਾ ਕਰਕੇ ਉਹਦਾ ਦਾਨ ਪੁੰਨ ਕਰ ਰਿਹਾ ਹੈ, ਉਹ ਤੇਰੇ ਨਾਲ ਨਹੀਂ ਨਿਭੇਗਾ। ਅਸੀਂ ਬਾਣੀ ਪਾਵਨ ਬਾਣੀ ਦੇ ਅੰਦਰ ਸ਼ਬਦ ਸਰਵਣ ਕਰਦੇ ਹਾਂ ਕਿ ਮਨੁੱਖ ਸੰਸਾਰਿਕ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਧਰਮੀ ਵੀ ਅਖਵਾਉਂਦਾ ਹੈ ਕਿ ਸੰਸਾਰ ਦੇ ਵਿੱਚ ਉਹਨੂੰ ਧਰਮੀ ਮਨੁੱਖ ਕਰਕੇ ਜਾਣਿਆ ਜਾਵੇ ਵੀ ਇਹ ਜਿਹੜਾ ਮਨੁੱਖ ਹੈ ਬੜਾ ਚੰਗਾ ਹੈ, ਇਹ ਤੇ ਬੜਾ ਜਦੋਂ ਕਿਤੇ ਲੰਗਰ ਲੱਗਦਾ ਹੈ ਉਹਦੇ ਵਿੱਚ ਬੜਾ ਦਾਨ ਪੁੰਨ ਕਰਦਾ ਹੈ, ਬੜੀ ਲੱਖਾਂ ਦੀ ਜਿਹੜੀ ਪਰਚੀ ਹੈ ਉਹ ਕਟਾਉਂਦਾ ਹੈ, ਵੀ ਇਹਦਾ ਜਿਹੜਾ ਜੀਵਨ ਹੈ ਬੜਾ ਸੋਹਣਾ ਹੋਵੇਗਾ। ਅਸੀਂ ਅਕਸਰ ਬਾਵਨ ਬਾਣੀ ਦਾ ਸ਼ਬਦ ਪੜ੍ਹਦੇ ਹਾਂ, ਹਜ਼ੂਰ ਆਖਦੇ ਕਿ ਮਨੁੱਖ ਹੈ ਜਿਹੜਾ ਆਪਣੇ ਧਾਰਮਿਕ ਜੀਵਨ ਦੇ ਨਾਲ ਨਾਲ ਸਮਾਜਿਕ ਜਿਹੜਾ ਜੀਵਨ ਹੈ, ਆਪਣਾ ਜਿਹੜਾ ਪਰਿਵਾਰ ਹੈ ਉਹਨੂੰ ਵੀ ਨਾਲ ਲੈ ਕੇ ਚੱਲਦੇ ਤੇ ਇਹ ਸੋਚਦੇ ਵੀ ਇਹਨਾਂ ਨੂੰ ਵੀ ਜੀਵਨ ਦੇ ਵਿੱਚ ਕਿਤੇ ਕੋਈ ਥੋੜ ਨਾ ਆਵੇ। ਫਿਰ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਵਾਸਤੇ ਉਹ ਹਰ ਇੱਕ ਰਸਤਾ, ਚਾਹੇ ਉਹ ਸਿੱਧਾ ਹੈ ਜਾਂ ਗਲਤ ਹੈ, ਚੰਗਾ ਹੈ ਜਾਂ ਮਾੜਾ ਹੈ, ਉਹ ਰਸਤਾ ਅਖਤਿਆਰ ਕਰਦਾ ਕਿ ਮੇਰੇ ਬੱਚਿਆਂ ਦੇ ਵਾਸਤੇ ਮੈਂ ਕੋਈ ਪ੍ਰਾਪਰਟੀ ਬਣਾ ਕੇ ਜਾਵਾਂ, ਧਨ ਜੋੜ ਕੇ ਜਾਵਾਂ, ਮੇਰੇ ਜਾਣ ਤੋਂ ਬਾਅਦ ਉਹਨਾਂ ਨੂੰ ਔਖਾ ਨਾ ਹੋਵੇ। ਤੇ ਮਨੁੱਖ ਅਜਿਹਾ ਕਰਨ ਦੇ ਵਾਸਤੇ ਹਜ਼ੂਰ ਆਖਦੇ ਬਹੁ ਪਰਪੰਚ ਕਰ ਪਰ ਧਨ ਲਿਆਵੇ, ਬੜੇ ਹੀਲੇ ਵਸੀਲੇ ਕਰਦਾ, ਧਨ ਇਕੱਠਾ ਕਰਕੇ ਲਿਆਉਂਦਾ, ਕਿਸੇ ਦੇ ਨਾਲ ਠੱਗੀ ਕੀਤੀ ਹੈ, ਕਿਸੇ ਦੇ ਨਾਲ ਧੋਖਾ ਕੀਤਾ ਹੈ ਤੇ ਉਹ ਧਨ ਇਕੱਠਾ ਕਰਕੇ ਲਿਆਉਂਦਾ ਤੇ ਆਪਣੇ ਪਰਿਵਾਰ ਦੇ ਉੱਤੇ ਆ ਕੇ ਖਰਚ ਕਰਦੇ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪਹਿ ਆਨ ਲੁਟਾਵੇ, ਆਪਣੀ ਧੀਆਂ ਪੁੱਤਰ ਆਪਣੀ ਪਤਨੀ ਦੇ ਉੱਤੇ ਆ ਕੇ ਲੁਟਾਉਂਦਾ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪਹਿ ਆਨ ਲੁਟਾਵੇ। ਤੇ ਹਜ਼ੂਰ ਆਖਦੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਹੀ ਮੇਰੇ ਮਨ ਭੁੱਲੇ ਭੁੱਲੜ ਮਨ, ਤੂੰ ਇਹ ਜਿਹੜਾ ਕਪਟ ਹੈ ਇਹ ਨਾ ਕਮਾ, ਕਿਉਂਕਿ ਅੰਤ ਨਿਬੇੜਾ ਤੇਰੇ ਜੀ ਪਹਿਲੀ ਜੈ ਤੇ, ਕਿਉਂਕਿ ਜਿਹੜਾ ਅੰਤਲਾ ਨਵੇੜਾ ਹੈ ਨਾ, ਅੰਤ ਵੇਲੇ ਜਿਹੜਾ ਲੇਖਾ ਤੇਰੇ ਤੋਂ ਮੰਗਿਆ ਜਾਣਾ ਉਹ ਤੇਰੇ ਕੋਲੋਂ ਦਾ ਹਿਸਾਬ ਕਿਤਾਬ ਲਿਆ ਜਾਣਾ, ਨਾ ਕਿ ਤੇਰੇ ਪਰਿਵਾਰ ਦੇ ਕੋਲੋਂ, ਵੀ ਤੂੰ ਕੀ ਖੱਟਿਆ, ਕਿਹੋ ਜਿਹੀ ਤੂੰ ਸੱਚੀ ਸੁੱਚੀ ਕਿਰਤ ਕੀਤੀ ਹੈ, ਕਿਹੋ ਜਿਹਾ ਤੂੰ ਜੀਵਨ ਇਸ ਸੰਸਾਰ ਦੇ ਵਿੱਚ ਵਿਚਾਰਿਆ,
ਤੇ ਧਰਮ ਦੇ ਰਸਤੇ ਦੇ ਉੱਤੇ ਚੱਲਣ ਦੇ ਵਾਸਤੇ ਤੂੰ ਕਿੰਨਿਆਂ ਕੁ ਦੇ ਗਲ ਹਨ ਜਿਹੜੇ ਵੱਡੇ ਹਨ। ਇਹ ਜਿਹੜਾ ਲੇਖਾ ਹੈ ਤੇਰੇ ਕੋਲੋਂ ਲਿਆ ਜਾਣਾ। ਅੰਤ ਨਿਵੇਰਾ ਤੇਰੇ ਜੀ ਪਹਿਲੀ ਜੈ। ਹਜ਼ੂਰ ਆਖਦੇ ਮੰਨੈ ਮਾਰਗ ਠਾਕ ਨਾ ਪਾਏ। ਤੇ ਹਜ਼ੂਰ ਨੇ ਤੇ ਪਾਵਨ ਬਾਣੀ ਦੇ ਅੰਦਰ ਇਹ ਸਮਝਾਇਆ ਹੈ ਕਿ ਘਾਲ ਖਾਏ ਇੱਕ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਜਿਹੜੇ ਘਾਲ ਕਰਕੇ ਕਮਾਈ ਕਰਦੇ ਨੇ, ਜਿਹੜੇ ਮਿਹਨਤ ਮੁਸ਼ੱਕਤ ਦੇ ਨਾਲ ਜਿਹੜੇ ਕਮਾਈ ਕਰਦੇ ਨੇ, ਹੱਕ ਦੀ ਜਿਹੜੀ ਸੱਚੀ ਸੁੱਚੀ ਕਿਰਤ ਕਰਦੇ ਨੇ, ਹਜ਼ੂਰ ਨੇ ਉਹਨਾਂ ਦੀ ਕਿਰਤ ਨੂੰ ਪ੍ਰਵਾਨੇ। ਨਾਨਕ ਰਾਹ ਪਛਾਣੇ ਸੀ। ਧਰਮ ਦਾ ਰਸਤਾ ਉਹਨਾਂ ਨੂੰ ਪਤਾ ਲੱਗਦਾ ਹੈ ਜਿਨ੍ਹਾਂ ਨੇ ਸੱਚੀ ਸੁੱਚੀ ਕਿਰਤ ਕੀਤੀ ਹੈ, ਜਿਨ੍ਹਾਂ ਜੀਵਨ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਵੀ ਸਿਮਰਿਆ ਤੇ ਆਪਣੇ ਹੱਥਾਂ ਦੇ ਨਾਲ ਕਿਰਤ ਕਰਕੇ। ਕਿਉਂਕਿ ਜਿਸ ਬਾਬੇ ਦੀ ਬਾਣੀ ਅਸੀਂ ਪੜ੍ਹ ਰਹੇ ਹਾਂ ਉਹਨੇ ਵੀ ਜ਼ਮੀਨਾਂ ਨੂੰ ਬੀਜਿਆ, ਆਪਣੇ ਹੱਥਾਂ ਦੇ ਨਾਲ ਬਲਦਾਂ ਨੂੰ ਜੋਇਆ, ਹੱਥੀਂ ਕਿਰਤ ਕੀਤੀ ਹੈ। ਕਰਤਾਰਪੁਰ ਸਾਹਿਬ ਦੇ ਵਿੱਚ ਉਹਨਾਂ ਦੇ ਖੇਤ ਸਨ, ਉਹਨਾਂ ਨੇ ਆਪ ਹੱਥੀਂ ਫਸਲਾਂ ਉਗਾਈਆਂ ਨੇ ਤੇ ਉਹ ਫਿਰ ਵਿਹਲਣਾ ਵਾਲਾ ਜਿਹੜਾ ਜੀਵਨ ਹੈ ਉਹ ਕਿਸੇ ਨੂੰ ਬਸਰ ਕਰਨ ਦੇ ਵਾਸਤੇ ਕਿਵੇਂ ਆਗਿਆ ਦੇ ਸਕਦੇ ਨੇ। ਜਿਨ੍ਹਾਂ ਨੇ ਆਪ ਉਸ ਔਖੀ ਘਾਟੀ ਦੇ ਉੱਤੇ ਚੱਲ ਕੇ ਉਸ ਜੀਵਨ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ। ਹਜ਼ੂਰ ਆਖਦੇ ਇਸੇ ਕਰਕੇ ਮੰਨੈ ਮਾਰਗ ਠਾਕ ਨਾ ਪਾਏ। ਜਿਨ੍ਹਾਂ ਨੇ ਮੰਨ ਲਿਆ, ਜਿਨ੍ਹਾਂ ਨੇ ਜੀਵਨ ਦੇ ਵਿੱਚ ਧਾਰ ਲਿਆ, ਫਿਰ ਉਹਨਾਂ ਦੇ ਜਿਹੜੇ ਧਾਰਮਿਕ ਰਸਤੇ ਦੇ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ, ਉਹਨਾਂ ਦੇ ਰਸਤੇ ਦੇ ਵਿੱਚ ਕੋਈ ਅੜਚਨ ਨਹੀਂ ਆਉਂਦੀ। ਤੇ ਹਜ਼ੂਰ ਆਖਦੇ ਨੇ ਫਿਰ ਅਜਿਹੇ ਬੰਦੇ ਜੀਵਨ ਦੇ ਵਿੱਚ ਕਈ ਵਾਰੀ ਇਹ ਸੋਚਦੇ ਹਨ ਕਿ ਅਸੀਂ ਤੀਰਥਾਂ 'ਤੇ ਭ੍ਰਮਣ ਕਰ ਲਿਆ, ਦਾਨ ਪੁੰਨ ਕਰ ਲਿਆ, ਜਾਂ ਇੰਝ ਸਮਝ ਲਈਏ ਵੀ ਲੰਗਰ ਲਗਾ ਕੇ ਤੇ ਉਹਨਾਂ ਦਾ ਜਿਹੜਾ ਲਾਭ ਹੈ ਸਾਨੂੰ ਪ੍ਰਾਪਤ ਹੋ ਜਾਵੇਗਾ। ਧਾਰਮਿਕ ਜੀਵਨ ਇੱਕ ਵੱਖਰਾ ਹੈ, ਧਰਮ ਦਾ ਵਿਸ਼ਾ ਇੱਕ ਵੱਖਰਾ ਹੈ। ਤੇ ਪਾਵਨ ਬਾਣੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਬਦ ਜਦੋਂ ਪੜ੍ਹਦੇ ਹਾਂ ਤੇ ਉਹ ਆਖਦੇ ਨੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ। ਤੀਰਥ ਵੀ ਕਰ ਲਏ, ਵਰਤ ਵੀ ਰੱਖ ਲਏ, ਦਾਨ ਵੀ ਕਰ ਲਿਆ। ਇੰਨਾ ਕੁਝ ਕਰਨ ਦੇ ਬਾਅਦ ਫਿਰ ਮਨੁੱਖ ਮਨ ਦੇ ਵਿੱਚ ਹੰਕਾਰ ਕਰ ਲੈਂਦਾ ਵੀ ਮੈਂ ਤੇ ਇੰਨਾ ਕੁਝ ਕੀਤਾ, ਮੈਨੂੰ ਤੇ ਜੀਵਨ ਦੇ ਵਿੱਚ ਕਦੇ ਦੁੱਖ ਆ ਹੀ ਨਹੀਂ ਸਕਦਾ, ਮੈਂ ਤੇ ਧਰਮੀ ਬੰਦਾ ਹਾਂ, ਧਰਮ ਦੇ ਰਸਤੇ ਦੇ ਉੱਤੇ ਚੱਲਿਆ, ਧਰਮ ਦੇ ਰਸਤੇ ਦੇ ਉੱਤੇ ਚੱਲ ਕੇ ਮੈਂ ਜੀਵਨ ਦੇ ਵਿੱਚ ਇੰਨਾ ਦਾਨ ਪੁੰਨ ਕੀਤਾ, ਇੰਨੇ ਵਰਤ ਰੱਖੇ ਨੇ, ਇੰਨੇ ਤੀਰਥਾਂ ਦੀ ਯਾਤਰਾ ਕਰਕੇ ਆਇਆ, ਤੇ ਫਿਰ ਮੈਨੂੰ ਕੋਈ ਕਿਵੇਂ ਆਖ ਸਕਦਾ ਵੀ ਤੂੰ ਧਰਮੀ ਨਹੀਂ ਹੋ ਸਕਦਾ, ਤੂੰ ਧਰਮ ਦੇ ਰਸਤੇ ਦੇ ਉੱਤੇ ਚੱਲਣ ਵਾਲਾ ਨਹੀਂ ਹੋ ਸਕਦਾ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ। ਮਨ ਦੇ ਵਿੱਚ ਹੰਕਾਰ ਲੈ ਕੇ ਬੈਠਾ ਮਨੁੱਖ। ਹਜ਼ੂਰ ਆਖਦੇ ਇਸ ਕਰਕੇ ਤੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਉਸ ਪਰਮਾਤਮਾ ਦੀ ਬੰਦਗੀ ਕਰ ਰਿਹਾ ਜਿਹੜਾ ਸਾਨੂੰ ਕਿਰਤ ਕਰਨ ਦੇ ਵਾਸਤੇ ਪ੍ਰੇਰਿਤ ਕਰਦਾ ਹੈ, ਜਿਹੜਾ ਹੱਥੀਂ ਕਿਰਤ ਕਰਨ ਦੇ ਵੱਲ ਪ੍ਰੇਰਦਾ ਹੈ। ਤੇ ਹਜ਼ੂਰ ਆਖਦਾ ਹੈ ਕਿ ਜਿਹਨੇ ਉਸ ਪਰਮਾਤਮਾ ਦੇ ਨਾਲ ਪਿਆਰ ਕਰ ਲਿਆ, ਉਸ ਪਰਮਾਤਮਾ ਦੇ ਨਾਲ ਲਗਨ ਲਾ ਲਈ, ਫਿਰ ਉਹਨਾਂ ਦਾ ਜੀਵਨ ਇਵੇਂ ਦਾ ਹੋ ਜਾਂਦਾ ਹੈ ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਦਾ ਅਰਥ ਹੈ ਮੰਨਣ ਦੇ ਨਾਲ, ਪਤ ਦਾ ਅਰਥ ਹੈ ਇੱਜ਼ਤ ਮਾਣ, ਸਿਉ ਪ੍ਰਗਟ ਜਾਏ ਇੱਜ਼ਤ ਮਾਣ ਦੇ ਨਾਲ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਮਨੁੱਖ ਪਹੁੰਚਦਾ। ਹਜ਼ੂਰ ਆਖਦੇ ਜਿਹਨੇ ਉਸ ਪਰਮਾਤਮਾ ਦੇ ਨਾਮ ਨੂੰ ਮਨ ਦੇ ਵਿੱਚ ਧਾਰਨ ਕਰ ਲਿਆ। ਤੇ ਫਿਰ ਬਾਬਾ ਜੀ ਇਹ ਵੀ ਸਮਝਾਉਂਦੇ ਨੇ ਨਾਲ ਕਿ ਜੇ ਇੱਜ਼ਤ ਪ੍ਰਾਪਤ ਕਰਨੀ ਹੈ ਤੇ ਫਿਰ ਤੈਨੂੰ ਸੰਸਾਰ ਦੇ ਵਿੱਚ ਧਰਮੀ ਹੋਣਾ ਪੈਣਾ। ਤੇ ਧਰਮ ਇਹ ਸਿਖਾਉਂਦਾ ਵੀ ਤੂੰ ਜੋ ਗੁਰੂ ਨੇ ਸਿੱਖਿਆ ਦਿੱਤੀ ਹੈ ਉਸ ਰਸਤੇ ਦੇ ਉੱਤੇ ਚੱਲਣ ਦਾ ਯਤਨ ਕਰ। ਜਿੰਨਾ ਚਿਰ ਤੱਕ ਤੂੰ ਉਸ ਰਸਤੇ ਦੇ ਉੱਤੇ ਨਹੀਂ ਚੱਲੇਗਾ, ਤੇਰੀ ਜਿਹੜੀ ਦੁਨਿਆਵੀ ਇੱਜ਼ਤ ਹੈ ਉਹ ਤੇ ਸ਼ਾਇਦ ਹੋ ਸਕਦਾ ਵੀ 4 ਬੰਦਿਆਂ ਦੇ ਵਿੱਚ ਤੇਰਾ ਨਾਮ ਨਾ ਹੋਵੇ, 4 ਬੰਦੇ ਤੇਰੇ ਨਾਲ ਚੱਲਣ ਵਾਲੇ ਹੋਵਣ, ਪਰ ਇਹ ਇੱਕ ਦੁਨਿਆਵੀ ਹੈ। ਧਰਮ ਦੇ ਰਸਤੇ ਦੇ ਉੱਤੇ ਚੱਲਣ ਦੇ ਵਾਸਤੇ ਤੇਰੇ ਨਾਲ ਕੋਈ ਨਹੀਂ ਹੋਣਾ। ਉੱਥੇ ਤੇ ਸਿਰਫ ਹਰ ਕੋ ਨਾਮ ਸਦਾ ਸੁਖਦਾਈ, ਉਹ ਜਿਹੜਾ ਹਰੀ ਦਾ ਨਾਮ ਹੈ ਉਹਨੇ ਜਾਣਾ। ਬਾਕੀ ਚੀਜ਼ਾਂ ਤੇ ਸੰਸਾਰਿਕ ਹਨ ਇੱਥੇ ਹੀ ਰਹਿ ਜਾਣੀਆਂ ਨੇ। ਤੇ ਬਾਬਾ ਜੀ ਫਿਰ ਇਹ ਵੀ ਸਮਝਾਉਂਦੇ ਨੇ ਕਿ ਮੰਨੈ ਪਾਤਸ਼ਾਹ ਪ੍ਰਗਟ ਜਾ, ਜਿਨ੍ਹਾਂ ਨੇ ਮੰਨ ਲਿਆ ਉਹ ਇੱਜ਼ਤ ਮਾਣ ਦੇ ਨਾਲ ਪਰਮਾਤਮਾ ਦੇ ਦਰਬਾਰ ਦੇ ਵਿੱਚ ਜਾਂਦੇ ਨੇ। ਤੇ ਜੇ ਇੱਜ਼ਤ ਮਾਣ ਨਹੀਂ ਕੋਲ, ਫਿਰ ਬਾਬਾ ਜੀ ਫਰੀਦ ਬਾਬਾ ਫਰੀਦ ਜੀ ਇਹ ਵੀ ਸਮਝਾਉਂਦੇ ਨੇ ਵੀ ਫਿਰ ਇਸ ਗੱਲ ਨੂੰ ਵੀ ਮਨ ਦੇ ਵਿੱਚ ਧਾਰਨ ਕਰ ਲੈ। ਫਰੀਦਾ ਜਿੰਨੀ ਕਮੀ ਨਾ ਹੈ ਗੁਣ। ਅਸੀਂ ਅਕਸਰ
ਇਹੋ ਜਿਹੇ ਕਾਰਜ ਜ਼ਿਆਦਾ ਕਰਦੀਆਂ ਵੀ ਜਿਨ੍ਹਾਂ ਦੇ ਨਾਲ ਸਾਨੂੰ ਇੱਥੇ ਤੇ ਵਡਿਆਈ ਬਹੁਤ ਪ੍ਰਾਪਤ ਹੋ ਜਾਵੇਗੀ, ਪਰ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਨਹੀਂ। ਉੱਥੇ ਸਾਡਾ ਜਿਹੜਾ ਮਾਣ ਇੱਜ਼ਤ ਹੈ ਉਹ ਨਾਮ ਦੇ ਦੁਆਰਾ ਹੀ ਹੋਣਾ, ਵੀ ਕੀ ਤੂੰ ਇਸ ਸੰਸਾਰ ਦੇ ਵਿੱਚ ਕਮਾਇਆ, ਕਿੰਨਾ ਤੂੰ ਨਾਮ ਜਪਿਆ, ਕਿੰਨੀ ਕੁ ਤੂੰ ਸੁਰਤ ਹੈ ਜਿਹੜੀ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਜੋੜੀ ਹੈ। ਫਰੀਦਾ ਜਿੰਨੀ ਕਮੀ ਨਾਹੀ ਗੁਣ ਤੇ ਕਮੜੇ ਵਿਸਾਰ। ਬਾਬਾ ਜੀ ਤੇ ਸਿੱਧਾ ਆਖਦੇ ਵੀ ਜਿਨ੍ਹਾਂ ਕੰਮਾਂ ਨੂੰ ਕਰਨ ਦੇ ਨਾਲ ਕੋਈ ਗੁਣ ਪ੍ਰਾਪਤ ਨਹੀਂ ਹੋਣਾ, ਕੋਈ ਲਾਹਾ ਪ੍ਰਾਪਤ ਨਹੀਂ ਹੋਣਾ, ਇਹੋ ਜਿਹੇ ਕੰਮ ਛੱਡ ਦੇ ਤੇ ਕਮੜੇ ਵਿਸਾਰ ਛੱਡ ਦੇ। ਮਤ ਸ਼ਰਮਿੰਦਾ ਥੀ ਵਹੀਂ, ਦੇਖੀ ਕਿਤੇ ਤੇਰੀ ਇੱਜ਼ਤ ਉਸ ਦਰਬਾਰ ਦੇ ਵਿੱਚ ਘਟ ਨਾ ਜਾਵੇ। ਸਾਈਂ ਦੇ ਦਰਬਾਰ, ਮਤ ਸ਼ਰਮਿੰਦਾ ਥੀ ਵਹੀਂ, ਸਾਈਂ ਦੇ ਦਰਬਾਰ, ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਦੇਖੀ ਕਿਤੇ ਸ਼ਰਮਿੰਦਾ ਨਾ ਹੋਣਾ ਪਵੇ ਤੈਨੂੰ, ਵੀ ਤੂੰ ਤੇ ਮਨੁੱਖਾ ਜੀਵਨ ਲੈ ਕੇ ਸੰਸਾਰ ਦੇ ਵਿੱਚ ਆਇਆ ਸੀ। ਜਦੋਂ ਤੂੰ ਮਾਤਾ ਦੇ ਉਦਰ ਦੇ ਵਿੱਚ ਪੁੱਠਾ ਲਟਕਿਆ ਸੀ ਤੇ ਵਾਅਦੇ ਕਰਦਾ ਸੀ ਕਿ ਮੇਰੀ ਜਿਹੜੀ ਇਹ ਜੂਨ ਹੈ ਇਸ ਦੇ ਵਿੱਚੋਂ ਮੈਨੂੰ ਜੀਵਨ ਬਖਸ਼ ਦਿਓ, ਮੈਂ ਇਸ ਸੰਸਾਰ ਦੇ ਵਿੱਚ ਆ ਕੇ ਤੁਹਾਡਾ ਨਾਮਣਾ ਜਪਾਂਗਾ। ਪਰਮਾਤਮਾ ਦੀ ਅੱਗੇ ਅਰਦਾਸਾਂ ਕਰਦਾ ਸੀ ਜਦੋਂ ਪੁੱਠਾ ਲਟਕਿਆ ਸੀ। ਤੇ ਜਿਵੇਂ ਸੰਸਾਰ ਦੇ ਵਿੱਚ ਆਇਆ, ਹਜ਼ੂਰ ਆਖਦੇ ਉਵੇਂ ਹੀ ਲਿਵ ਟੁੱਟ ਗਈ। ਜਿਹੜੀ ਲਿਵ ਜੁੜੀ ਹੋਈ ਸੀ ਨਾ ਸੰਸਾਰ ਦੇ ਵਿੱਚ ਆਉਂਦੇ ਸਾਰੀ ਉਹ ਲਿਵ ਟੁੱਟੀ। ਪਾਵਨ ਬਾਣੀ ਸਮਝਾਉਂਦੀ ਮਾਇਆ ਨੇ ਪ੍ਰਭਾਵ ਪਾ ਲਿਆ। ਮਾਇਆ ਕੀ ਜੋ ਸੰਸਾਰਕ ਮੋਹ ਹੈ, ਜੋ ਸਾਡੇ ਮਾਤਾ ਪਿਤਾ ਹਨ ਜਾਂ ਜੋ ਵੀ ਚੀਜ਼ ਸਾਨੂੰ ਉਸ ਪਰਮਾਤਮਾ ਦੇ ਨਾਮ ਤੋਂ ਦੂਰ ਲੈ ਕੇ ਜਾਂਦੀ ਹੈ, ਜਿਹੜਾ ਮੋਹ ਹੈ, ਜਿਹੜੀ ਮਾਇਆ ਹੈ, ਉਹਨੂੰ ਮਾਇਆ ਦਾ ਦਰਜਾ ਦਿੱਤਾ ਗਿਆ ਹੈ। ਕੱਲੀ ਪੈਸੇ ਨੂੰ ਹੀ ਮਾਇਆ ਨਹੀਂ ਆਖਿਆ ਗਿਆ। ਹਜ਼ੂਰ ਆਖਦੇ ਲਿਵ ਟੁੱਟੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਲਿਵ ਟੁੱਟੀ, ਤ੍ਰਿਸ਼ਨਾ ਲੱਗ ਗਈ ਮਨ ਦੇ ਅੰਦਰ। ਕਿੱਥੇ ਜੁੜਿਆ ਹੋਇਆ ਸੀ ਤੇ ਲਿਵ ਜੁੜੀ ਹੋਈ ਸੀ, ਪਰਮਾਤਮਾ ਨੂੰ ਚੇਤੇ ਕਰਦਾ ਸੀ। ਲਿਵ ਟੁੱਟੀ ਲੱਗੀ ਤ੍ਰਿਸ਼ਨਾ, ਦੁਨਿਆਵੀ ਪਦਾਰਥਾਂ ਦੀ ਹੋੜ ਦੇ ਵਿੱਚ ਪੈ ਗਿਆ। 10 ਬਾਲ ਤਨ 20 ਰਵਣ, 30 ਕਾ ਸੁੰਦਰ ਕਹਾਵੇ, 40 ਪੁਰ ਹੋਏ 85 ਪੱਗ ਖਿਸੈ, 60 ਕੇ ਬੁਢੇਪਾ ਆਵੇ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ, 90 ਕਾ ਸਹਿਜਾਸਣੀ, ਮੂਲ ਨਾ ਜਾਣੇ ਅਪ ਬਲ, ਨਾਨਕ ਢੰਡੋਲਮ ਢੂੰਡਮਨ ਡਿਠ, ਜਗ ਧੂਏ ਕਾ ਧਵਲਰ। ਜਿਹੜਾ ਸੰਸਾਰ ਹੈ ਕਹਿੰਦੇ ਕਿ ਧੂਏ ਦਾ ਧੌਲਰ ਹੈ, ਧੂਏ ਦਾ ਘਰ ਹੈ। 10 ਜਿਹੜੇ ਸਾਲ ਸਨ ਬਚਪਨ ਦੇ ਵਿੱਚ ਗੁਜ਼ਰ ਗਏ, ਪਤਾ ਹੀ ਨਹੀਂ ਲੱਗਿਆ। ਤ੍ਰਿਸ਼ਨਾ ਇਹੋ ਜਿਹੀ ਉਹਨੇ ਆਪਣਾ ਪ੍ਰਭਾਵ ਹੈ ਜਿਹੜਾ ਪਾਇਆ, ਜਿਹੜੀ ਮਾਇਆ ਸੀ ਉਹਨੇ ਇਹੋ ਜਿਹਾ ਪ੍ਰਭਾਵ ਪਾਇਆ। 20 ਰਵਣ, 20 ਸਾਲ ਹੱਸਦਿਆਂ ਖੇਡਦਿਆਂ ਜਵਾਨੀ ਦੇ ਵਿੱਚ ਗੁਜ਼ਰ ਗਏ। 30 ਦਾ ਸੁੰਦਰ ਕਹਾਵੇ, 30 ਸਾਲਾਂ ਦਾ ਸੁੰਦਰ ਹੈ, ਆਪਣੇ ਸਰੀਰ ਨੂੰ ਸੱਜਣ ਸਵਰਨ ਦੇ ਵਿੱਚ ਹੀ ਗੁਜ਼ਾਰ ਦਿੱਤੇ। 30 ਸਾਲ ਗੁਜ਼ਰ ਗਏ। 40 ਪੁਰ ਹੋਏ, 40 ਸਾਲਾਂ ਦੇ ਵਿੱਚ ਗ੍ਰਸਥੀ ਜੀਵਨ ਦੇ ਵਿੱਚ ਪੈ ਗਿਆ, ਪੈਰ ਖਿਸਕਣ ਲੱਗੇ। ਫਿਰ 40 ਸਾਲ ਦੀ ਉਮਰ ਬਤੀਤ ਹੋਈ। 85 ਪੱਗ ਖਿਸੇ, 50 ਸਾਲ ਦੇ ਵਿੱਚ ਪੈਰ ਖਿਸਕਣੇ ਸ਼ੁਰੂ ਹੋ ਗਏ। 60 ਕੇ ਬੁਢੇਪਾ ਆਵੇ, 60 ਸਾਲਾਂ ਦੇ ਵਿੱਚ ਬੁਢੇਪਾ ਆ ਗਿਆ। ਬਸ ਇੰਨੀ ਕੁ ਜ਼ਿੰਦਗੀ। 70 ਕਾ ਮਤਹੀਣ, ਹੁਣ 70 ਸਾਲਾਂ ਦਾ ਹੋਇਆ ਤੇ ਭੁੱਲਣਾ ਸ਼ੁਰੂ ਹੋ ਗਿਆ ਹੈ। ਪਾਣੀ ਦਾ ਗਲਾਸ ਪੀਣਾ ਹੈ, 2 ਮਿੰਟ ਪਹਿਲਾਂ ਮੰਗਦਾ, ਮੁੜ ਕੇ ਭੁੱਲ ਜਾਂਦਾ ਹੈ, ਆਖਦਾ ਵੀ ਮੈਂ ਤੇ ਮੰਗਿਆ ਹੀ ਨਹੀਂ। ਚੀਜ਼ ਰੱਖ ਕੇ ਭੁੱਲ ਜਾਂਦਾ ਵੀ ਮੈਂ ਤੇ ਕੋਈ ਲਿਆਂਦੀ ਸੀ ਚੀਜ਼ ਤੇ ਕਿੱਥੇ ਰੱਖ ਲਈ, ਪਤਾ ਹੀ ਨਹੀਂ ਲੱਗਦਾ। 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। 80 ਦਾ ਤਾਂ ਇਹੋ ਜਿਹਾ ਹਾਲ ਹੋ ਜਾਂਦਾ ਵੀ ਜੋ ਅਸੀਂ ਆਖਦੇ ਹਾਂ ਉਹ ਸਮਝ ਹੀ ਨਹੀਂ ਲੱਗਦਾ, ਜਾਂ ਜੋ ਸਾਹਮਣੇ ਵਾਲਾ ਬੰਦਾ ਹੈ 80 ਸਾਲ ਦੀ ਉਮਰ ਦੇ ਵਿੱਚ ਜਿਹੜਾ ਗੁਜ਼ਰ ਰਿਹਾ ਹੈ, ਉਹ ਜੋ ਕੁਝ ਦੱਸਣ ਦੀ ਕੋਸ਼ਿਸ਼ ਕਰਦੇ ਸਮਝ ਹੀ ਨਹੀਂ ਲੱਗਦੀ। ਵਿਹਾਰ ਨਾ ਪਾਵੇ। 90 ਕਾ ਸਹਿਜਾਸਣੀ, 90 ਸਾਲਾਂ ਦਾ ਹੋਇਆ, ਆਸਣ ਦੇ ਉੱਤੇ ਬੈਠ ਗਿਆ, ਮੰਜੇ ਦੇ ਉੱਤੇ ਲੇਟ ਗਿਆ ਤੇ 100 ਸਾਲ ਦੀ ਵਿੱਚ ਉਮਰ ਹੈ ਜਿਹੜੀ ਬਤੀਤ ਹੋ ਗਈ। ਪਤਾ ਹੀ ਨਹੀਂ ਲੱਗਿਆ 100 ਸਾਲ ਕਦੋਂ ਗੁਜ਼ਰੇ, ਕਿਵੇਂ ਉਸ ਮਾਇਆ ਨੇ ਜਕੜ ਕੇ ਰੱਖਿਆ ਤੇ 100 ਸਾਲ ਦਾ ਜਿਹੜਾ ਜੀਵਨ ਸੀ ਉਹ ਖਤਮ ਹੋ ਗਿਆ। ਹਜ਼ੂਰ ਇਹੀ ਸਮਝਾਉਂਦੇ ਨੇ, ਦੇਖੀ ਕਿਤੇ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਜਦੋਂ ਪਹੁੰਚਣਾ ਉੱਥੇ ਸ਼ਰਮਿੰਦਾ ਹੋਣਾ ਪਵੇ। ਇਸ ਕਰਕੇ ਤੂੰ ਇੱਕ ਇੰਤਜ਼ਾਮ ਕਰ, ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਜਾਣ ਵਾਸਤੇ ਵੀ ਇੱਕ ਇੰਤਜ਼ਾਮ ਕਰ ਲੈ। ਅਸੀਂ ਆਪਣਾ ਸਾਧਨ ਬਣਾਏ ਹੈ, ਕਿਸੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ, ਸਾਡੇ ਕੋਲ ਮੋਟਰਸਾਈਕਲ ਹੈ, ਗੱਡੀਆਂ ਨੇ, ਅਸੀਂ ਇੰਤਜ਼ਾਮ ਕੀਤਾ ਹੈ। ਆਉਣ ਵਾਲੇ ਬੱਚਿਆਂ ਦੇ ਭਵਿੱਖ ਦੇ ਵਾਸਤੇ ਅਸੀਂ ਪੈਸਾ ਇਕੱਠਾ ਕੀਤਾ, ਉਹਨਾਂ ਵਾਸਤੇ ਘਰ ਬਣਾਏ ਨੇ, ਇੰਤਜ਼ਾਮ ਕੀਤਾ ਉਹਨਾਂ ਦੇ ਵਾਸਤੇ ਵੀ ਹਾਂ ਸਾਡਾ ਫਿਊਚਰ ਹੈ ਜਿਹੜਾ ਉਹ ਚੰਗਾ ਹੋਵੇ, ਅਸੀਂ ਬੁਢੇਪੇ ਦੇ ਵਿੱਚ ਚੰਗਾ ਜੀਵਨ ਬਸਰ ਕਰੀਏ। ਇਸੇ ਤਰ੍ਹਾਂ ਹਜ਼ੂਰ ਆਖਦੇ ਵੀ ਇੱਕ ਇੰਤਜ਼ਾਮ ਹੋਰ ਕਰ ਲੈ, ਜਦੋਂ ਇਸ ਸੰਸਾਰ ਨੂੰ ਤਰ ਕੇ ਜਾਣਾ ਹੈ ਨਾ, ਇਸ ਭਵਜਲ ਨੂੰ ਲੰਘ ਕੇ ਜਾਣਾ,
ਉਹਦੇ ਇੰਤਜ਼ਾਮ ਦੇ ਵਿੱਚ ਵੀ ਲੱਗ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਮਾਇਆ ਦੇ ਰੰਗ ਦੇ ਵਿੱਚ ਲਿਪਟਿਆ ਹੋਇਆ ਜਿਹੜਾ ਜੀਵਨ ਹੈ ਵਿਅਰਥ ਜਾ ਰਿਹਾ ਹੈ। ਇਸ ਕਰਕੇ ਉਸ ਪਰਮਾਤਮਾ ਦੇ ਨਾਲ ਜੁੜਨ ਦੇ ਵਾਸਤੇ, ਉਸ ਰਸਤੇ ਦੇ ਉੱਤੇ ਚੱਲਣ ਦੇ ਵਾਸਤੇ ਉਸ ਇੰਤਜ਼ਾਮ ਦੇ ਵਿੱਚ ਲੱਗ। ਹਜ਼ੂਰ ਆਖਦੇ ਮੰਨੈ ਮੱਗ ਨਾ ਚੱਲੇ ਪੰਥ। ਜਿਹੜੇ ਵੱਖਰੇ ਵੱਖਰੇ ਜਿਹਨੇ ਮੰਨ ਲਿਆ, ਜੀਵਨ ਦੇ ਵਿੱਚ ਧਾਰ ਲਿਆ, ਫਿਰ ਉਹ ਵੱਖਰੇ ਵੱਖਰੇ ਜਿਹੜੇ ਮਜ਼ਹਬ ਹਨ, ਫਿਰ ਉਹਨੂੰ ਇੱਕ ਪਰਮਾਤਮਾ ਦਾ ਚੇਤਾ ਰਹਿੰਦਾ। ਉਹ ਜਾਤ ਪਾਤ ਦੇ ਜਿਹੜੇ ਬੰਧਨ ਹਨ ਉਹਨਾਂ ਤੋਂ ਉੱਚਾ ਉੱਠ ਜਾਂਦਾ ਹੈ। ਉਹ ਧਾਰਮਿਕ ਜਿਹੜੇ ਫਿਰਕੇ ਹਨ ਉਹਨਾਂ ਤੋਂ ਉੱਚਾ ਉੱਠ ਜਾਂਦਾ ਹੈ। ਕਿੰਨੇ ਸੰਸਾਰ ਦੇ ਵਿੱਚ ਧਾਰਮਿਕ ਫਿਰਕੇ ਬਣੇ ਹੋਏ ਹਨ। ਵਡਿਆਈ ਤਾਂ ਉਸ ਪਰਮਾਤਮਾ ਦੀ ਹੋ ਰਹੀ ਹੈ। ਕੋਈ ਸਿੱਧੇ ਤਰੀਕੇ ਦੇ ਨਾਲ ਕਰ ਰਿਹਾ ਹੈ, ਕੋਈ ਉਸੇ ਰਸਤੇ ਨੂੰ ਘੁਮਾ ਫਿਰਾ ਕੇ ਵਲ ਵਲੀਵੇਂ ਕਰਕੇ ਵੀ ਇੱਦਾਂ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਧਾ ਦੱਸਿਆ ਵੀ ਇੱਕ ਦੀ ਪੂਜਾ ਕਰਨੀ ਹੈ, ਇੱਕ ਦੇ ਅੱਗੇ ਸੀਸ ਨਿਵਾਉਣਾ ਹੈ। ਬਿਲਕੁਲ ਸੌਖਾ ਤਰੀਕਾ ਹੈ। ਸਭ ਤੋਂ ਸੌਖਾ ਜਿਹੜਾ ਧਰਮ ਸਿੱਖ ਧਰਮ ਦੇ ਵਿੱਚ ਦੱਸਿਆ ਗਿਆ ਹੈ, ਜਿਹੜੀ ਮਰਿਆਦਾ ਧਰਮ ਦੀ ਸਮਝਾਈ ਗਈ ਹੈ। ਨਹੀਂ ਤੇ ਹੋਰ ਜਿਹੜੇ ਧਰਮ ਹਨ ਉਹਨਾਂ ਦੇ ਵਿੱਚ ਜਿਹੜਾ ਕਰਮ ਕਾਂਡ ਹੈ ਉਹਦੇ ਉੱਤੇ ਚੱਲਣ ਦੇ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਹੈ। ਵਰਤ ਰੱਖ ਲਓ, ਜਿਹੜੀਆਂ ਮੂਰਤੀ ਪੂਜਾ ਹੈ ਉਹਦੀ ਪੂਜਾ ਕਰੋ, ਫੁੱਲ ਚੜਾਓ, ਇਹੋ ਜਿਹੇ ਜਿਹੜੇ ਕਾਰਜ ਹਨ, ਮੜਿਆਂ ਨੂੰ ਪੂਜ ਲਵੋ। ਤੇ ਪਾਵਨ ਬਾਣੀ ਦੇ ਅੰਦਰ ਹਜ਼ੂਰ ਤੇ ਇਹ ਵੀ ਆਖ ਦਿੱਤਾ ਹੈ, ਬੁੱਤ ਪੂਜ ਪੂਜ ਹਿੰਦੂ ਮੋਏ, ਤੁਰਕ ਮੋਏ ਸਿਰ ਨਾਈ, ਓਏ ਲੈ ਜਾਰੇ ਓਏ ਲੈ ਗਾਡੇ, ਤੇਰੀ ਗੱਤ ਦੋਹ ਨਾ ਪਾਈ। ਤੇਰੀ ਗੱਤ ਦੋਵਾਂ ਜਣਿਆਂ ਨੇ ਨਹੀਂ ਪਾਈ। ਜਿਹੜਾ ਧਰਮ ਦਾ ਰਸਤਾ ਹੈ ਉਹ ਕਿਵੇਂ ਦਾ ਹੈ? ਉਹ ਮੂਰਤੀਆਂ ਪੂਜਣ ਦੇ ਵਿੱਚ ਲੱਗੇ ਰਹਿ ਗਏ, ਉਹ ਸਿਰ ਨਿਵਾਉਣ ਦੇ ਵਿੱਚ ਲੱਗੇ ਰਹਿ ਗਏ। 5 ਵਕਤ ਨਮਾਜ਼ ਗੁਜ਼ਾਰਨੀ ਹੈ, ਦਿਨ ਦੇ ਵਿੱਚ 5 ਵਾਰੀ ਨਮਾਜ਼ ਹੈ ਜਿਹੜੀ ਅਦਾ ਕੀਤੀ ਜਾਂਦੀ ਹੈ। ਤੇ ਹਜ਼ੂਰ ਨੇ ਤੇ ਸਾਨੂੰ ਸੌਖਾ ਜਿਹਾ ਧਰਮ ਦੱਸਿਆ ਵੀ ਇਸ ਰਸਤੇ ਦੇ ਉੱਤੇ ਚੱਲਣ ਦੇ ਨਾਲ ਮੰਨੈ ਮੱਗ ਨਾ ਚੱਲੇ ਪੰਥ। ਇਸ ਰਸਤੇ ਦੇ ਉੱਤੇ ਚੱਲ ਕੇ ਜਿਹੜਾ ਜਿਹਨੇ ਮਨ ਦੇ ਵਿੱਚ ਧਰ ਲਿਆ, ਜਿਹਨੇ ਮੰਨ ਲਿਆ, ਉਹ ਇਸ ਰਸਤੇ ਤੇ ਚੱਲ ਕੇ ਫਿਰ ਹੋਰ ਜਿਹੜੇ ਪੰਥ ਹਨ, ਧਾਰਮਿਕ ਫਿਰਕੇ ਹਨ, ਉਹਨਾਂ ਦੇ ਵੱਲ ਉਹ ਨਹੀਂ ਜਾਂਦਾ। ਉਹਦਾ ਪੈਰ ਫਿਰ ਉਧਰ ਨੂੰ ਨਹੀਂ ਥਿੜਕਦਾ। ਉਹ ਸਿਰਫ ਇਹ ਸਮਝਦਾ ਵੀ ਮੈਨੂੰ ਜਿਹੜਾ ਮੇਰੇ ਗੁਰੂ ਨੇ ਮਾਰਗ ਦੱਸਿਆ ਮੈਂ ਇਹਦੇ ਉੱਤੇ ਚੱਲ ਕੇ ਹੀ ਪਰਮਾਤਮਾ ਦੇ ਨਾਮ ਦੀ ਜਿਹੜੀ ਵਡਿਆਈ ਹੈ ਉਹ ਕਰਨੀ ਹੈ। ਤੇ ਹਜ਼ੂਰ ਆਖਦੇ ਜਿਹੜੇ ਹੋਰ ਕਾਰਜ ਕਰਦੇ ਨੇ ਉਹ ਸਾਰੇ ਫਿਰ ਰਸਤੇ ਦੇ ਵਿੱਚ ਲੁੱਟੇ ਜਾਣ ਵਾਲੇ ਨੇ, ਕਿਉਂਕਿ ਨਾਲ ਤੇ ਕੁਝ ਵੀ ਨਹੀਂ ਜਾਣਾ, ਨਾਲ ਤੇ ਪਰਮਾਤਮਾ ਦਾ ਨਾਮ ਜਾਣਾ। ਜੋ ਵੀ ਅਸੀਂ ਕਰਦੇ ਹਾਂ, ਜੋ ਵੀ ਸਾਡੀ ਕਮਾਈ ਹੈ, ਖਾਲੀ ਹੱਥੀਂ ਆਏ ਸੀ, ਤਨ ਤੇ ਕੱਪੜੇ ਵੀ ਨਹੀਂ ਸਨ, ਤੇ ਜਦੋਂ ਜਾਣਾ ਉਹੀ ਜੀ ਹਾਲਤ ਲੈ ਕੇ ਜਾਣਾ ਵਾਪਸ। ਸਿਰਫ ਇਸ ਸੰਸਾਰ ਦੇ ਵਿੱਚ ਜਿਹੜਾ ਖੱਟਿਆ ਹੈ ਤੇ ਰੱਬ ਦਾ ਨਾਮ ਹੈ ਉਹਨੇ ਨਾਲ ਜਾਣਾ। ਹਜ਼ੂਰ ਆਖਦੇ ਫਿਰ ਐਵੇਂ ਤਮਾਂ ਦੇ ਵਿੱਚ ਫਸਿਆ ਮਨੁੱਖ ਸਾਰੀ ਉਮਰ ਫੁੱਲਿਆ ਰਹਿੰਦਾ, ਹੰਕਾਰ ਕਰੀ ਫਿਰਦਾ ਰਹਿੰਦਾ। ਹਜ਼ੂਰ ਆਖਦੇ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਕਰਮ ਕਾਂਡ ਕੀਤੇ ਹਨ, ਜਾਂ ਜਿਹੜਾ ਉਹ ਰਸਤਾ ਅਖਤਿਆਰ ਕੀਤਾ ਹੈ, ਔਖੀ ਘਾਟੀ ਜਿਸ ਨੂੰ ਆਖਿਆ ਜਾਂਦਾ ਹੈ, ਵੀ ਉਹ ਅਖਤਿਆਰ ਕੀਤੀ ਹੈ, ਵੇਸ਼ ਤੇ ਚੱਲਣ ਦੇ ਨਾਲ, ਪਖੰਡ ਕਰਨ ਦੇ ਨਾਲ, ਧਾਰਮਿਕ ਚਿੰਨ੍ਹ ਧਾਰਨ ਕਰਨ ਦੇ ਨਾਲ ਸ਼ਾਇਦ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਹੈ। ਹਜ਼ੂਰ ਨੇ ਸਪਸ਼ਟ ਬਾਣੀ ਦੇ ਅੰਦਰ ਕਰ ਦਿੱਤਾ, ਜਪ ਤਪ ਸੰਜਮ ਕਰਮ ਕਮਾਣੇ। ਜਪ ਕਰ ਲਿਆ, ਤਪ ਕਰ ਲਿਆ, ਸਰੀਰ ਨੂੰ ਸਾਧਨਾ ਕਰਨ ਵਾਲੇ ਜਿਹੜੇ ਸਾਧਨ ਹਨ, ਸੰਜਮ ਕਰ ਲਏ ਵੀ ਆਹ ਨਹੀਂ ਖਾਣਾ, ਆਹ ਖਾਣਾ, ਵਰਤ ਰੱਖਣੇ ਨੇ, ਆਹ ਨਹੀਂ ਕਰਨਾ। ਸੰਜਮ ਜਿਹੜੇ ਸੰਜਮਾਂ ਦੇ ਵਿੱਚ ਫਸੇ ਨੇ। ਹਜ਼ੂਰ ਆਖਦੀ ਕਰਮ ਕਮਾਣੇ, ਜਿੰਨੇ ਕਰਮ ਹੋਰ ਹਨ, ਜਿਹੜੇ ਕਰਮ ਕਾਂਡ ਹਨ, ਇਹ ਊਰੇ ਮੂਸੇ ਤੇ ਰਸਤੇ ਦੇ ਵਿੱਚ ਹੀ ਲੁੱਟੇ ਜਾਣੇ ਨੇ। ਊਰੇ ਮੂਸੇ ਇਹ ਉਰਲੇ ਪਾਸੇ, ਮੂਸੇ ਦਾ ਅਰਥ ਹੈ ਲੁੱਟੇ ਜਾਣੇ ਨੇ, ਉਰੇ ਹੀ ਲੁੱਟ ਲਏ ਜਾਣੇ ਨੇ, ਪਰਾਂ ਤੇ ਜਾਣਾ ਹੀ ਨਹੀਂ ਕੁਛ। ਹਜ਼ੂਰ ਆਖਦੇ ਇਸ ਕਰਕੇ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਚੇਤੇ ਕੀਤਾ, ਮਨ ਦੇ ਵਿੱਚ ਧਾਰ ਲਿਆ, ਹਜ਼ੂਰ ਆਖਦੇ ਮੰਨੈ ਮੱਗ ਨਾ ਚੱਲੇ ਪੰਥੋ। ਫਿਰ ਹੋਰ ਕਿਸੇ ਰਸਤੇ ਦੇ ਉੱਤੇ ਨਹੀਂ ਚੱਲਦੇ, ਉਹ ਮਜ਼ਹਬਾਂ ਦੇ ਵਿੱਚ ਨਹੀਂ ਫਸਦੇ, ਉਹ ਧਾਰਮਿਕ ਫਿਰਕਿਆਂ ਦੇ ਵਿੱਚ ਨਹੀਂ ਫਸਦੇ, ਉਹ ਸਿਰਫ ਤੇ ਸਿਰਫ ਪਰਮਾਤਮਾ ਦੀ ਵਡਿਆਈ ਕਰਦੇ ਨੇ। ਤੇ ਮੰਨੈ ਧਰਮ ਸੇਤੀ ਸੰਬੰਧ, ਜਿਨ੍ਹਾਂ ਨੇ ਮੰਨ ਲਿਆ ਉਹਨਾਂ ਦਾ ਧਰਮ ਦੇ ਨਾਲ ਨਾਤਾ ਬਣ ਜਾਂਦਾ, ਸੰਬੰਧ ਬਣ ਜਾਂਦਾ ਵੀ ਹਾਂ ਮੈਂ ਇਸ ਧਰਮ ਦੇ ਨਾਲ ਸੰਬੰਧ ਰੱਖਦਾ। ਜਿਨ੍ਹਾਂ ਨੇ ਮੰਨ ਲਿਆ, ਨਹੀਂ ਤੇ ਸਾਡਾ ਕੋਈ ਧਰਮ ਹੀ ਨਹੀਂ ਰਹਿ ਗਿਆ। ਗੁਰਦੁਆਰੇ ਵੀ ਆਉਂਦੇ ਆ, ਮੰਦਰ ਵੀ ਜਾਂਦੇ ਆ, ਮੜੀਆਂ ਤੇ ਵੀ ਜਾਂਦੇ ਆ, ਵੀਰਵਾਰ ਕਬਰਾਂ ਤੇ ਵੀ ਜਾਂਦੇ ਆ, ਕੋਈ ਮਜ਼ਹਬ ਹੀ ਨਹੀਂ ਸਾਡਾ। ਕੋਈ ਪੁੱਛ ਲੈ ਵੀ ਤੂੰ ਕਿਹੜੇ ਫਿਰਕੇ ਨਾਲ ਸੰਬੰਧ ਰੱਖਦਾ ਜਾਂ ਤੇਰਾ ਗੁਰੂ ਕਿਹੜਾ, ਕਿਹਦਾ ਨਾਮ ਲਵਾਂਗੇ।
ਵੇਖਣ ਨੂੰ ਦਿੱਖ ਸਾਡੀ ਸਿੱਖਾਂ ਵਾਲੀ ਹੈ, ਦੇਖਣ ਜਿਹੜੀ ਹੈ ਸਾਡੀ, ਅਸੀਂ ਗੁਰੂ ਹੈ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੰਨਦੇ ਹਾਂ, 10 ਗੁਰਾਂ ਦੀ ਬਾਣੀ ਨੂੰ ਮੰਨਦੇ ਹਾਂ, ਪਰ ਜੀਵਨ ਦੇ ਵਿੱਚ ਨਹੀਂ। ਲੋਕ ਦਿਖਾਵੇ ਦੇ ਵਾਸਤੇ, ਲੋਕ ਲਾਜ ਦੇ ਵਾਸਤੇ ਅਸੀਂ ਅਕਸਰ, ਸਾਡੇ ਗੁਆਂਢੀ ਨੇ ਕਾਰਜ ਕੀਤਾ, ਉਹਨਾਂ ਨੇ ਜਗਰਾਤਾ ਕਰਾਇਆ, ਅਗਲੀ ਵਾਰੀ ਅਸੀਂ ਵੀ ਕਰਾਉਣਾ ਭਾਈ, ਉਹਨਾਂ ਦਾ ਧਰਮ ਹੈ, ਉਹ ਉਸ ਧਰਮ ਨੂੰ ਬਿਲੋਂਗ ਕਰਦੇ ਨੇ, ਉਹਨਾਂ ਨੂੰ ਉਹ ਸ਼ੁਭਦਾ ਹੈ। ਤੇਰਾ ਜਿਹੜਾ ਗੁਰੂ ਹੈ ਉਹ ਸਮਰੱਥ ਹੈ, ਤੂੰ ਬਾਣੀ ਦਾ ਪਾਠ ਤੇ ਕਹਿ ਸਕਦਾ ਮੈਂ ਘਰ ਦੇ ਵਿੱਚ ਕਰਾਉਣਾ, ਪਰ ਕਿਸੇ ਦੇ ਪਿੱਛੇ ਲੱਗ ਕੇ ਲੋਕ ਲਾਜ ਦੇ ਵਾਸਤੇ ਤੂੰ ਆਪਣੇ ਧਰਮ ਤੋਂ ਬੇਮੁਖਾ ਨਹੀਂ ਹੋ ਸਕਦਾ। ਹਜ਼ੂਰ ਆਖਦੇ ਜਿਨ੍ਹਾਂ ਨੇ ਮਨ ਦੇ ਵਿੱਚ ਧਾਰਨ ਕਰ ਲਿਆ, ਮੰਨੇ ਧਰਮ ਸੀਤੀ ਸੰਬੰਧ, ਉਹਨਾਂ ਦਾ ਧਰਮ ਦੇ ਨਾਲ ਸੰਬੰਧ ਬਣਦਾ, ਸੱਚੇ ਗੁਰੂ ਦੇ ਸਿੱਖ ਬਣ ਜਾਂਦੇ ਨੇ। ਤੇ ਹਜ਼ੂਰ ਆਖਦੇ ਨੇ ਜਿਹੜੇ ਇਹੋ ਜਿਹੇ ਸਿੱਖ ਹਨ, ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਈ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਮੰਨ ਲਿਆ ਵੀ ਹਾਂ ਗੁਰੂ ਤੂੰ ਜੋ ਤੂੰ ਆਖਦਾ ਉਹ ਸੱਚ ਹੈ, ਜੋ ਮੇਰੇ ਗੁਰੂ ਨੇ ਸਮਝਾਇਆ ਉਹ ਸੱਚ ਹੈ। ਇਸ ਕਰਕੇ ਹਜ਼ੂਰ ਆਖਦੇ ਜਿਹੜੇ ਉਹਦੀ ਪੂਜਾ ਕਰਨ ਵਾਸਤੇ ਆਉਂਦੇ ਨੇ, ਜਿਹੜੇ ਉਹਨੂੰ ਮੰਨਦੇ ਨੇ, ਜੀਵਨ ਦੇ ਵਿੱਚ ਧਾਰ ਲਿਆ, ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉਤਮ ਬਾਣੀ। ਉਹ ਹਰੀ ਦੀ ਜਿਹੜੀ ਉਤਮ ਬਾਣੀ ਹੈ ਉਹਨੂੰ ਗਾਉਂਦੇ ਨੇ ਜੀਵਨ ਦੇ ਵਿੱਚ, ਤੇ ਹਜ਼ੂਰ ਵੀ ਉਹਨਾਂ ਦਾ ਗਾਇਆ ਹੋਇਆ ਫਿਰ ਥਾਂ ਪਾਉਂਦੇ। ਜਦੋਂ ਹਜ਼ੂਰ ਨੇ ਇਹ ਆਖਿਆ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਉਹਨੇ ਤਾਂ ਸੱਚੀ ਬਾਣੀ ਗਾਉਣ ਦੇ ਵਾਸਤੇ ਪ੍ਰੇਰਿਤ ਕੀਤਾ। ਤੇ ਹਜ਼ੂਰ ਆਖਦੇ ਇਸ ਕਰਕੇ ਉਸ ਪਰਮਾਤਮਾ ਦੀ ਸੱਚੀ ਸੁੱਚੀ ਬਾਣੀ ਨੂੰ ਜੀਵਨ ਦੇ ਵਿੱਚ ਜਿਨ੍ਹਾਂ ਨੇ ਧਾਰਨ ਕਰ ਲਿਆ, ਉਹਨਾਂ ਦਾ ਫਿਰ ਜਿਹੜਾ ਸੰਬੰਧ ਹੈ ਧਰਮ ਦੇ ਨਾਲ ਬਣਦਾ, ਉਹ ਸੱਚੇ ਧਰਮੀ ਹੁੰਦੇ ਹਨ। ਐਸਾ ਨਾਮ ਨਿਰੰਜਨ ਹੋਏ। ਹਜ਼ੂਰ ਆਖਦੇ ਇਹੋ ਜਿਹਾ ਨਾਮ ਜਿਹੜਾ ਕਾਲਖ ਤੋਂ ਰਹਿਤ ਹੈ, ਜਿਹੜਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਹਜ਼ੂਰ ਆਖਦੇ ਜਿਨ੍ਹਾਂ ਦਾ ਮਨ ਫਿਰ ਉਸ ਅਕਾਲ ਪੁਰਖ ਦੇ ਨਾਲ ਜੁੜਦਾ ਹੈ, ਉਹ ਫਿਰ ਅਕਾਲ ਪੁਰਖ ਦਾ ਨਾਮ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਏਡਾ ਉੱਚਾ ਹੈ, ਉਸ ਵਿੱਚ ਜੁੜਨ ਵਾਲਾ ਵੀ ਉੱਚੀ ਆਤਮਿਕ ਅਵਸਥਾ ਵਾਲਾ ਹੋ ਜਾਂਦਾ ਹੈ। ਕਿਉਂਕਿ ਉੱਚੇ ਦੇ ਨਾਲ ਜੁੜਿਆ ਜਿਵੇਂ ਦਾ ਗੁਰੂ ਹੈ ਉਵੇਂ ਦੇ ਉਹਦੇ ਸਿੱਖ ਬਣ ਜਾਂਦੇ ਨੇ, ਜਿਵੇਂ ਦਾ ਉਹ ਆਪਣਾ ਸਰੂਪ ਧਾਰਨ ਕਰਕੇ ਬੈਠਾ ਹੈ ਉਵੇਂ ਦਾ ਹੀ ਉਹ ਆਪਣੇ ਸਿੱਖ ਦੇ ਵਿੱਚ ਵੇਖਦਾ ਹੈ। ਤੇ ਹਜ਼ੂਰ ਆਖਦੇ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ, ਪਰ ਜੇ ਕੋਈ ਮਨੁੱਖ ਆਪਣੇ ਮਨ ਦੇ ਵਿੱਚ ਹਰੀ ਦੀ ਲਗਨ ਪੈਦਾ ਕਰ ਲਏ ਤਾਂ ਜਾ ਕੇ ਇਹ ਜਿਹੜਾ ਨਿਰੰਜਨ ਹੈ, ਕਾਲਖ ਤੋਂ ਰਹਿਤ ਹੈ, ਇਹ ਵਾਲਾ ਜੀਵਨ ਹੈ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ, ਤਦੇ ਜਾ ਕੇ ਇਸ ਮਾਇਆ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ। ਹਜ਼ੂਰ ਆਖਦੇ ਇਸ ਗੱਲ ਦੀ ਸਮਝ ਤਾਂ ਆਉਂਦੀ ਹੈ ਜੇ ਕੋ ਮਨ ਜਾਣੇ ਮਨ ਕੋਈ, ਜੇ ਕੋਈ ਇਸ ਗੱਲ ਨੂੰ ਮੰਨ ਕੇ ਜੀਵਨ ਦੇ ਵਿੱਚ ਧਾਰਨ ਕਰਦੇ ਤੇ ਉਹਦੀ ਲਗਨ ਹੈ ਜਿਹੜੀ ਨਾਮ ਦੇ ਨਾਲ ਜੁੜਦੀ ਹੈ। ਹਜ਼ੂਰ ਆਖਦੇ ਫਿਰ ਉਹਦਾ ਜਿਹੜਾ ਆਤਮਿਕ ਜੀਵਨ ਹੈ ਉਹ ਉੱਚਾ ਸੁੱਚਾ ਹੋ ਜਾਂਦਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਇਸ ਮਾਇਆ ਦੇ ਮੋਹ ਦੇ ਬੰਧਨਾਂ ਦੇ ਵਿੱਚੋਂ ਮੁਕਤ ਕਰਦਿਆਂ, ਕਿਉਂਕਿ ਸਤਿਗੁਰ ਹੈ ਜਿਹੜਾ ਬੰਦੀ ਛੋੜ ਹੈ, ਬੰਧਨਾਂ ਤੋਂ ਮੁਕਤ ਕਰਨ ਵਾਲਾ ਹੈ। ਤੇ ਉਹਦੇ ਚਰਨਾਂ ਦੇ ਵਿੱਚ ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕਰੀਦੀ ਹੈ ਤੇ ਉਹ ਫਿਰ ਆਪੇ ਸਿਰ ਦੇ ਉੱਤੇ ਮਿਹਰ ਕਰਦਿਆਂ ਆਪੇ ਸੇਵਾ ਵੀ ਕਰਾਉਂਦਾ ਹੈ, ਆਪੇ ਨਾਮ ਜਪਾਉਂਦਾ ਹੈ ਤੇ ਆਪਣੀ ਜਿਹੜੀ ਵਡਿਆਈ ਹੈ ਸਤਿਗੁਰੂ ਆਪ ਬਖਸ਼ਦਾ ਹੈ। ਸੋ ਇੱਥੇ ਇਸ ਪੌੜੀ ਦੀ ਸਮਾਪਤੀ ਹੈ ਜੀ। ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।